ਹਰਮਨਦੀਪ ਅਤੇ ਰਜਨੀ ਇੱਕ ਪਾਰਟੀ ਦੇ ਵਿੱਚ ਮਿਲੇ ਅਤੇ ਉੱਥੇ ਇਹਨਾਂ ਨੂੰ ਪਿਆਰ ਹੋ ਗਿਆ। ਪਿਆਰ ਕਰਨ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਹੁਣ ਇਸ ਨੂੰ ਵਿਆਹ ਦੇ ਬੰਧਨ ਦੇ ਵਿੱਚ ਵੀ ਬੰਨ੍ਹ ਦਿੱਤਾ ਜਾਵੇ। ਹਰਮਨਦੀਪ ਨੂੰ ਆਪਣੀ ਪਤਨੀ ਤੇ ਪੂਰਾ ਭਰੋਸਾ ਸੀ ਕਿ ਉਹ ਉਸ ਦੀ ਜ਼ਿੰਦਗੀ ਦੇ ਵਿੱਚ ਹਰ ਇੱਕ ਗੱਲ ਮੰਨੇਗੀ, ਪਿਆਰ ਦੇ ਨਾਲ ਰਹੇਗੀ ਅਤੇ ਕਦੇ ਵੀ ਉਸ ਨੂੰ ਧੋਖਾ ਦੇ ਕੇ ਨਹੀਂ ਜਾਵੇਗੀ। ਹਰਮਨਦੀਪ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਕਿ ਉਸ ਦੀ ਪਤਨੀ ਇੱਕ ਨਹੀਂ ਸਗੋਂ 2 ਅਜਿਹੇ ਵੱਡੇ ਧੋਖੇ ਦੇਵੇਗੀ ਜਿਸ ਨੂੰ ਝੇਲਣਾ ਵੀ ਮੁਸ਼ਕਿਲ ਹੋਵੇਗਾ। 2010 ਦੇ ਵਿੱਚ ਹਰਮਨਦੀਪ ਨੇ ਵਿਆਹ ਕਰਵਾ ਲਿਆ। 4 ਸਾਲ ਹੋਏ ਇਕੱਠੇ ਰਹੇ ਅਤੇ ਉਸ ਤੋਂ ਬਾਅਦ ਸੋਚਿਆ ਗਿਆ ਕਿ ਭਵਿੱਖ ਸੁਧਾਰਨ ਦੇ ਲਈ ਕਿਉਂ ਨਾ ਵਿਦੇਸ਼ ਜਾਇਆ ਜਾਵੇ। ਜਿਵੇਂ ਹੀ ਰਜਨੀ ਉਰਫ ਜੋਤੀ ਜਿਸ ਨੂੰ ਕਿਹਾ ਜਾਂਦਾ ਸੀ, ਉਹ ਬਾਹਰ ਚਲੀ ਗਈ। ਆਈਲੈਟਸ ਕਰਵਾਈ ਹਰਮਨਦੀਪ ਨੇ, ਪੂਰਾ ਪੈਸਾ ਲਾਇਆ, ਤਕਰੀਬਨ 16 ਲੱਖ ਦਾ ਖਰਚ ਆਇਆ ਸੀ। ਪਰ ਹੁਣ ਪਤਾ ਲੱਗ ਰਿਹਾ ਹੈ ਕਿ ਬਿਨਾਂ ਤਲਾਕ ਦਿੱਤੇ ਹੀ ਉਸਨੇ ਬਾਹਰ ਜਾ ਕੇ ਵਿਆਹ ਕਰਵਾ ਲਿਆ। ਹਰਮਨਦੀਪ ਨੂੰ ਪਿਆਰ ਦੇ ਵਿੱਚ ਵੀ ਅਜਿਹੀ ਸੱਟ ਵੱਜੀ, ਧੋਖਾ ਮਿਲਿਆ ਅਤੇ ਹੁਣ ਪਤਾ ਲੱਗਿਆ ਹੈ ਕਿ ਉਸਨੇ ਵਿਆਹ ਕਰਵਾ ਲਿਆ, ਉਹ ਵੀ ਬਿਨਾਂ ਤਲਾਕ ਦਿੱਤੇ। ਉੱਥੇ ਜਾ ਕੇ ਦੂਸਰਾ ਵਿਆਹ ਕਰਵਾ ਚੁੱਕੀ ਹੈ ਅਤੇ 2 ਬੱਚਿਆਂ ਦੀ ਮਾਂ ਵੀ ਬਣ ਗਈ। ਕਰੀਬ 16 ਲੱਖ ਰੁਪਇਆ ਲਗਾ ਕੇ ਬਾਹਰ ਭੇਜਿਆ ਗਿਆ ਸੀ ਪਤਨੀ ਨੂੰ ਹਰਮਨਦੀਪ ਦੇ ਵੱਲੋਂ, ਪਰ ਅੱਜ ਇਹ ਜਿਹੜੀ ਘਟਨਾ ਵਾਪਰੀ ਹੈ ਇਸ ਤੋਂ ਬਾਅਦ ਉਹ ਕਾਫੀ ਦੁਖੀ ਨੇ। ਰਜਨੀ ਭਾਰਦਵਾਜ ਪਤਨੀ ਦਾ ਨਾਮ ਹੈ। ਕਦੇ ਉਸਨੇ ਸੋਚਿਆ ਵੀ ਨਹੀਂ ਸੀ ਕਿ ਉਹ ਬਾਹਰ ਚਲੀ ਜਾਵੇਗੀ, ਪਰ ਪਤੀ ਨੇ ਉਸ ਦੀ ਇੱਛਾ ਪੂਰੀ ਕੀਤੀ, ਪਰ ਬਾਹਰ ਜਾ ਕੇ ਉਸਨੇ ਹਰਮਨ ਨੂੰ ਧੋਖਾ ਦੇ ਦਿੱਤਾ। ਪਾਰਟੀ ਦੇ ਵਿੱਚ ਮੁਲਾਕਾਤ ਹੋਈ, ਫਿਰ ਪਿਆਰ ਹੋਇਆ ਅਤੇ ਵਿਆਹ ਤੋਂ 4 ਸਾਲ ਬਾਅਦ ਅਜਿਹਾ ਧੋਖਾ ਜਿਸ ਨੂੰ ਸੁਣ ਕੇ ਹਰਮਨਦੀਪ ਹੈਰਾਨ ਰਹਿ ਗਿਆ। 2014 ਦੇ ਵਿੱਚ ਆਈਲੈਟਸ ਪਾਸ ਕਰਕੇ ਗਈ ਸੀ ਜੋਤੀ, ਆਸਟ੍ਰੇਲੀਆ ਗਈ ਸੀ ਇਹ ਕਹਿ ਕੇ, ਅਤੇ ਪਤਨੀ ਨੇ ਹੁਣ ਧੋਖਾ ਦਿੱਤਾ ਹੈ। ਪਤੀ ਦਾ ਕਹਿਣਾ ਹੈ ਕਿ ਮੇਰਾ ਦੁਨੀਆ ਤੋਂ ਹੀ ਯਕੀਨ ਉੱਠ ਗਿਆ। NRI ਥਾਣੇ ਸ਼ਿਕਾਇਤ ਕਰਨ ਗਏ ਤਾਂ ਉਹਨਾਂ ਦੇ ਕੋਲ ਕੋਈ ਅਜਿਹੀ ਫੋਟੋ ਨਹੀਂ ਸੀ ਜਿਸ ਤੋਂ ਉਹ ਦੱਸ ਸਕਣ ਕਿ ਉਸਨੇ ਦੁਬਾਰਾ ਵਿਆਹ ਕਰਵਾ ਲਿਆ। ਪਰ ਇਸ ਗੱਲ ਦੀ ਪੁਖਤਾ ਜਾਣਕਾਰੀ ਉਹਨਾਂ ਦੇ ਕੋਲ ਜੋਤੀ ਦੇ ਪਿੰਡ ਵਾਲਿਆਂ ਨੇ ਦਿੱਤੀ ਸੀ ਕਿ ਉਸਨੇ ਦੁਬਾਰਾ ਵਿਆਹ ਕਰਵਾ ਲਿਆ ਅਤੇ ਉਹ ਹੁਣ ਤੇਰੇ ਨਾਲ ਕਦੇ ਵੀ ਗੱਲ ਨਹੀਂ ਕਰੇਗੀ। ਸ਼ਿਕਾਇਤ ਕਰਨ ਦੇ ਲਈ ਫੋਟੋ ਜ਼ਰੂਰੀ ਸੀ, ਇਸ ਕਰਕੇ ਬੀਤੇ ਦਿਨ ਉਸਦੇ ਵੱਲੋਂ ਜਹਿਦ ਕਰਨੀ ਸ਼ੁਰੂ ਕੀਤੀ ਗਈ। ਇਸ ਸਮੇਂ ਹਰਮਨਦੀਪ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਕੋਈ ਰਿਸ਼ਤਾ ਨਹੀਂ ਨਿਭਾ ਸਕਦੇ ਤਾਂ ਦੱਸ ਦੇਣਾ ਚਾਹੀਦਾ, ਮਨਾ ਕਰ ਦੇਣਾ ਚਾਹੀਦਾ, ਕਿਉਂਕਿ ਉਸਦੇ ਕਿੰਨੇ ਹੀ ਸਾਲ ਹੁਣ ਖਰਾਬ ਹੋ ਚੁੱਕੇ ਨੇ। ਦੋਹਰਾ ਧੋਖਾ ਮਿਲਿਆ ਉਸਨੂੰ, ਇੱਕ ਤਾਂ ਉਹ ਪੈਸੇ ਲੈ ਕੇ ਭੱਜ ਗਈ ਤੇ ਦੂਸਰਾ ਉਸਨੇ ਬਿਨਾਂ ਤਲਾਕ ਦਿੱਤੇ ਵਿਆਹ ਕਰਵਾ ਲਿਆ। ਹਰਮਨਦੀਪ ਨੂੰ ਇੰਤਜ਼ਾਰ ਸੀ ਕਿ ਅੱਜ ਨਹੀਂ ਤਾਂ ਕੱਲ ਉਸਦੀ ਪਤਨੀ ਦਾ ਫੋਨ ਆਵੇਗਾ, ਗੱਲ ਕਰੇਗੀ ਅਤੇ ਸਭ ਕੁਝ ਠੀਕ ਹੋ ਜਾਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ। ਸਗੋਂ ਇੱਕ ਡਰਾਉਣੀ ਗੱਲ ਉਹਨਾਂ ਦੇ ਸਾਹਮਣੇ ਆ ਕੇ ਖੜੀ ਹੋ ਗਈ ਕਿ ਉਸਨੇ ਤਾਂ ਬਿਨਾਂ ਤਲਾਕ ਦਿੱਤੇ ਹੀ ਵਿਆਹ ਕਰਵਾ ਲਿਆ। ਇਹ ਸੋਸ਼ਲ ਮੀਡੀਆ ਦੀ ਤਾਕਤ ਹੀ ਕਹਿ ਸਕਦੇ ਹਾਂ, ਜਿਸ ਦੇ ਜ਼ਰੀਏ ਹਰਮਨਦੀਪ ਨੂੰ ਆਪਣੀ ਪਤਨੀ ਜੋਤੀ ਦੀਆਂ ਫੋਟੋਆਂ ਮਿਲ ਗਈਆਂ। ਕਿਸੇ ਸ਼ੁਭ ਚਿੰਤਕ ਦੇ ਵੱਲੋਂ ਫੋਟੋਆਂ ਭੇਜੀਆਂ ਗਈਆਂ, ਜਿਸ ਦਾ ਧੰਨਵਾਦ ਕਰਦੇ ਹੋਏ ਹਰਮਨਦੀਪ ਨੇ ਉਹ ਸਾਂਝੀਆਂ ਕੀਤੀਆਂ ਨੇ। ਇਹ ਦਰਦ ਆਸਾਨੀ ਦੇ ਨਾਲ ਸਮਝਿਆ ਜਾ ਸਕਦਾ ਹੈ। ਕਿਵੇਂ ਇਹ ਕਿਸੇ ਨੂੰ ਝੰਜੋੜ ਦੇਣ ਵਾਲੀ ਗੱਲ ਹੈ ਕਿ ਤੁਹਾਡਾ ਪਤੀ ਜਾਂ ਪਤਨੀ ਤੁਹਾਡੇ ਤੋਂ ਦੂਰ ਗਿਆ ਵਿਦੇਸ਼ ਤੇ ਤੁਸੀਂ ਉਸਦੇ ਆਉਣ ਦੇ ਸੁਪਨੇ, ਚੰਗੇ ਭਵਿੱਖ ਦੇ ਸੁਪਨੇ ਦੇਖ ਰਹੇ ਹੋ, ਪਰ ਖਬਰ ਇਹ ਆਵੇ ਕਿ ਉਸਨੇ ਤੁਹਾਨੂੰ ਹਮੇਸ਼ਾ ਲਈ ਛੱਡ ਦਿੱਤਾ, ਬਿਨਾਂ ਤਲਾਕ ਦਿੱਤੇ ਹੀ ਬਾਹਰ ਜਾ ਕੇ ਵਿਆਹ ਕਰਵਾ ਲਿਆ। ਇਨਸਾਨੀਅਤ ਦੇ ਨਾਤੇ ਹੁਣ ਹਰਮਨਦੀਪ ਦੀ ਲੋਕਾਂ ਦੇ ਵੱਲੋਂ ਮਦਦ ਕੀਤੀ ਗਈ ਹੈ। ਉਹ ਫੋਟੋਆਂ ਭੇਜੀਆਂ ਗਈਆਂ ਤੇ ਦੱਸਿਆ ਗਿਆ ਕਿ ਉਹ ਕਿੱਥੇ ਰਹਿ ਰਹੀ ਹੈ। ਹਰਮਨਦੀਪ ਦੇ ਕੋਲ ਆਪਣੇ ਵਿਆਹ ਸਮੇਂ ਦੀਆਂ ਫੋਟੋਆਂ ਸੀ, ਪਰ ਉਹ ਫੋਟੋਆਂ ਨਹੀਂ ਸੀ ਜਿੱਥੇ ਜਾ ਕੇ ਉਸਨੇ ਦੁਬਾਰਾ ਵਿਆਹ ਕਰਵਾਇਆ। ਵੱਡੇ ਖੁਲਾਸੇ ਹੋਏ। ਜੰਡਿਆਲਾ ਨੇੜੇ ਰਹਿੰਦੀ ਸੀ ਉਹ ਕੁੜੀ ਅਤੇ ਹੁਣ ਉਹ ਮੈਲਬੌਰਨ ਦੇ ਵਿੱਚ ਰਹਿ ਰਹੀ ਹੈ। ਹਾਲਾਂਕਿ ਹਰਮਨਦੀਪ ਦਾ ਕਹਿਣਾ ਹੈ ਕਿ ਮੈਂ ਇੱਕ ਲੀਗਲ ਨੋਟਿਸ ਜਾਰੀ ਕਰ ਚੁੱਕਾ, ਪਰ ਉਸ ਨੂੰ ਹਲੇ ਵੀ ਉਸ ਯਕੀਨ ਨਹੀਂ ਹੁੰਦਾ ਕਿ ਉਸ ਨੂੰ ਉਸ ਦੀ ਪਤਨੀ ਜੋਤੀ ਨੇ ਧੋਖਾ ਦਿੱਤਾ। ਉਸ ਦਾ ਪੱਕਾ ਨਾਮ ਰਜਨੀ ਭਾਰਦਵਾਜ ਹੈ, ਉਰਫ ਉਸ ਨੂੰ ਜੋਤੀ ਵੀ ਕਿਹਾ ਜਾਂਦਾ ਹੈ। 2018 ਦੇ ਵਿੱਚ ਆਪਣੀ ਪਤਨੀ ਦੇ ਨਾਲ ਆਖਰੀ ਵਾਰ ਗੱਲ ਕੀਤੀ ਸੀ ਅਤੇ ਉਹ ਇੰਤਜ਼ਾਰ ਦੇ ਵਿੱਚ ਸੀ ਕਿ ਉਸਦੇ ਲਵ ਮੈਰਿਜ ਕਰਵਾਈ ਹੈ ਅਤੇ ਵਿਆਹ ਤੋਂ ਪਹਿਲਾਂ ਦਾ ਸਮਾਂ ਯਾਦ ਕਰਦੇ ਕਰਦੇ ਉਸਨੂੰ ਪਤਾ ਸੀ ਕਿ ਉਹ ਵਾਪਸ ਆਵੇਗੀ। ਪਰ ਉਸਦੀਆਂ ਇਹ ਸਾਰੀਆਂ ਗੱਲਾਂ ਪਾਣੀ ਦੇ ਵਿੱਚ ਰੁੜ ਗਈਆਂ ਜਦੋਂ ਪਤਾ ਲੱਗਿਆ ਕਿ ਉਹ 2 ਬੱਚਿਆਂ ਦੀ ਮਾਂ ਬਣ ਚੁੱਕੀ ਹੈ ਅਤੇ ਕਿਸੇ ਹੋਰ ਦੇ ਨਾਲ ਉਸਨੇ ਵਿਆਹ ਵੀ ਕਰਵਾ ਲਿਆ। ਇਤਰਾਜ਼ ਇਸ ਗੱਲ ਦਾ ਹਰਮਨਦੀਪ ਨੂੰ ਕਿ ਆਖਿਰਕਾਰ ਤਲਾਕ ਕਿਉਂ ਨਹੀਂ ਦਿੱਤਾ ਗਿਆ। ਤਲਾਕ ਦੇ ਦਿੰਦੀ, ਮਨਾ ਕਰ ਦਿੰਦੀ
ਉਸ ਦਾ ਸਮਾਂ ਬਚ ਸਕਦਾ ਸੀ, ਉਸ ਨੂੰ ਪਹਿਲਾਂ ਜਾਣਕਾਰੀ ਹੋ ਸਕਦੀ ਸੀ। ਜਾਣਾ ਹੀ ਸੀ, ਜਾਣ ਵਾਲੇ ਨੂੰ ਕੋਈ ਰੋਕ ਨਹੀਂ ਸਕਦਾ, ਪਰ ਜਾਣ ਦਾ ਇੱਕ ਸਲੀਕਾ ਤੇ ਤਰੀਕਾ ਹੋਣਾ ਚਾਹੀਦਾ ਹੈ। ਖੈਰ, ਇਸ ਮਾਮਲੇ ਦੇ ਵਿੱਚ ਦੂਸਰੇ ਪੱਖ ਦੀ ਹਲੇ ਕੋਈ ਵੀ ਗੱਲਬਾਤ ਸਾਹਮਣੇ ਨਹੀਂ ਆਈ ਹੈ। ਰਜਨੀ ਭਾਰਤਵਾਜ ਉਰਫ ਜੋਤੀ ਦਾ ਕੋਈ ਪੱਖ ਹੁਣ ਤੱਕ ਸਾਹਮਣੇ ਨਹੀਂ ਆਇਆ, ਪਰ ਉਸ ਦੀ ਮਾਤਾ ਜੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਆਪਣੀ ਕੁੜੀ ਤੋਂ ਬਹੁਤ ਦੁਖੀ ਹਾਂ। ਉਹਨਾਂ ਦਾ ਕਹਿਣਾ ਸੀ ਕਿ 2010 ਦੇ ਵਿੱਚ ਜਦੋਂ ਉਸਨੇ ਲਵ ਮੈਰਿਜ ਕਰਵਾਈ ਸੀ ਹਰਮਨ ਦੇ ਨਾਲ, ਉਸ ਸਮੇਂ ਵੀ ਉਸਦੀ ਧੀ ਨੇ ਗੱਲ ਨਹੀਂ ਸੁਣੀ ਸੀ ਤੇ ਹੁਣ ਵੀ ਉਸਦੀ ਕੋਈ ਗੱਲਬਾਤ ਨਹੀਂ ਹੁੰਦੀ। ਦੂਸਰੇ ਪਾਸੇ ਹਰਮਨਦੀਪ ਦਾ ਕਹਿਣਾ ਹੈ ਕਿ ਉਸਦੀ ਸੱਸ ਨੂੰ ਸਭ ਕੁਝ ਪਤਾ ਸੀ, ਉਸ ਦੇ ਨਾਲ ਮਿਲੀ ਹੋਈ ਹੈ ਅਤੇ ਉਹ ਵੀ ਹੋ ਸਕਦਾ ਬਾਹਰ ਜਾ ਕੇ ਆਈ ਹੋਵੇ। ਇਹ ਸਾਰਾ ਮਾਮਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ NRI ਮੈਰਿਜ ਨੂੰ ਲੈ ਕੇ, ਵਿਦੇਸ਼ ਜਾਣ ਦੀ ਚਾਹ ਨੂੰ ਲੈ ਕੇ ਨੌਜਵਾਨ ਐਡਾ ਵੱਡਾ ਜ਼ਿੰਦਗੀ ਦਾ ਦਾਅ ਆਖਿਰਕਾਰ ਖੇਡਣ ਤੋਂ ਕਦੋਂ ਹਟਣਗੇ। ਕਿ ਇਸ ਮਾਮਲੇ ਦੇ ਵਿੱਚ ਕੋਈ ਵੱਡਾ ਅਤੇ ਸਖਤ ਕਾਨੂੰਨ ਬਣੇਗਾ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਅਜਿਹਾ ਕੋਈ ਸੁਵਿਧਾ ਕੱਢੀ ਜਾਵੇਗੀ ਲੋਕਾਂ ਦੇ ਲਈ ਕਿ ਉਹਨਾਂ ਨੂੰ ਧੋਖਾਧੜੀ ਦਾ ਸ਼ਿਕਾਰ ਨਾ ਹੋਣਾ ਪਵੇ। ਫਿਲਹਾਲ ਇਹ ਦੇਖਣਾ ਹੋਵੇਗਾ। ਭਾਵੇਂ ਆਪਾਂ ਪਿਛਲੇ ਸਾਲ ਦੀ ਗੱਲ ਕਰ ਲਈਏ ਜਾਂ ਫਿਰ ਹੁਣ ਦੀ ਗੱਲ ਕਰ ਲਈਏ, ਕਾਫੀ ਸਾਲਾਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪਤੀ ਪਤਨੀ ਦੇ ਵੱਲੋਂ ਵਿਦੇਸ਼ ਦੇ ਵਿੱਚ ਜਾ ਕੇ ਇੱਥੇ ਰਹਿੰਦੇ ਆਪਣੇ ਸਾਥੀ ਨੂੰ ਛੱਡ ਦਿੱਤਾ ਜਾਂਦਾ ਹੈ। ਕਾਰਨ ਇਹੀ ਕਿਹਾ ਜਾਂਦਾ ਹੈ ਕਿ ਸਾਨੂੰ ਇਹ ਤੰਗ ਪਰੇਸ਼ਾਨ ਕਰਦੇ ਨੇ, ਇਸ ਕਰਕੇ ਅਸੀਂ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ। ਭਾਰਤ ਦਾ ਕਾਨੂੰਨ ਕੁਝ ਹੋਰ ਕਹਿੰਦਾ ਹੈ ਕਿ ਬਿਨਾਂ ਤਲਾਕ ਦਿੱਤੇ ਤੁਸੀਂ ਵਿਆਹ ਨਹੀਂ ਕਰਵਾ ਸਕਦੇ, ਪਰ ਬਾਹਰ ਜਾ ਕੇ ਅਜਿਹੀ ਕੋਈ ਪਾਬੰਦੀ ਨਹੀਂ ਰਹਿੰਦੀ ਅਤੇ ਉੱਥੇ ਜਾ ਕੇ ਉਹ ਹੋਰਾਂ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਜਾਂ ਫਿਰ ਵਿਆਹ ਕਰਵਾ ਲੈਂਦੇ ਨੇ। ਹਰਮਨਦੀਪ ਦੇ ਮਾਮਲੇ ਦੇ ਵਿੱਚ ਵੀ ਅਜਿਹਾ ਹੀ ਹੋਇਆ ਤੇ ਹੁਣ ਉਸ ਨੂੰ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਰਜਨੀ ਆਖਿਰਕਾਰ ਕੀ ਜਵਾਬ ਦਿੰਦੀ ਹੈ। ਹੁਣ ਤੱਕ ਅਜਿਹੇ ਕਿੰਨੇ ਹੀ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਕਰਕੇ ਮਾਪਿਆਂ ਅਤੇ ਬੱਚਿਆਂ ਦੋਵਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਵਿਆਹ ਕਰਵਾਉਣਾ ਹਰ ਇੱਕ ਦਾ ਸੁਪਨਾ ਹੁੰਦਾ ਹੈ, ਪਰ ਇਹ ਸੁਪਨਾ ਇੱਕ ਬੁਰੀ ਤਰ੍ਹਾਂ ਦੇ ਨਾਲ ਟੁੱਟਦਾ ਹੈ ਜਦੋਂ ਪਤਾ ਲੱਗਦਾ ਹੈ ਕਿ ਤੁਹਾਡਾ ਪਤੀ ਜਾਂ ਪਤਨੀ ਤੁਹਾਨੂੰ ਧੋਖਾ ਦੇ ਕੇ ਵਿਦੇਸ਼ ਦੇ ਵਿੱਚ ਕਿਸੇ ਹੋਰ ਨਾਲ ਹੈ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ। ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ ਵਿੱਚ ਕਰੋ। ਲਾਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 98 157 34 870